ਓਮ ਸ਼ਾਂਤੀ। ਅੱਜ ਸੁਣਦੇ ਹਾਂ 1 ਅਗਸਤ 2022 ਦੇ ਬਾਬਾ ਦੇ ਸਾਕਾਰ ਮਹਾਵਾਕ। ਬਾਬਾ ਬੋਲੇ, ਮਿੱਠੇ ਬੱਚੇ, ਬਾਪ ਜੋ ਗਿਆਨ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਸੁਣਾਉਂਦੇ ਨੇ ਉਹ ਧਾਰਨ ਕਰਨੀਆਂ ਨੇ। ਬਹੁਤ ਮਿੱਠਾ ਖੀਰ ਖੰਡ ਬਣ ਕੇ ਰਹਿਣਾ ਹੈ, ਕਦੇ ਲੂਣ ਪਾਣੀ ਨਹੀਂ ਹੋਣਾ। ਪ੍ਰਸ਼ਨ ਹੈ, ਕਿਸ ਮਹਾ ਮੰਤਰ ਨਾਲ ਤੁਸੀਂ ਬੱਚਿਆਂ ਨੂੰ ਨਵੀਂ ਰਾਜਧਾਨੀ ਦਾ ਤਿਲਕ ਮਿਲ ਜਾਂਦਾ ਹੈ? ਕਿਸ ਮਹਾ ਮੰਤਰ ਨਾਲ ਤੁਸੀਂ ਬੱਚਿਆਂ ਨੂੰ ਨਵੀਂ ਰਾਜਧਾਨੀ ਦਾ ਤਿਲਕ ਮਿਲ ਜਾਂਦਾ ਹੈ? ਉੱਤਰ, ਬਾਪ ਇਸ ਸਮੇਂ ਤੁਹਾਨੂੰ ਬੱਚਿਆਂ ਨੂੰ ਮਹਾ ਮੰਤਰ ਦਿੰਦੇ ਨੇ। ਮਿੱਠੇ ਲਾਡਲੇ ਬੱਚੇ, ਬਾਪ ਤੇ ਵਰਸੇ ਨੂੰ ਯਾਦ ਕਰੋ। ਘਰ ਗ੍ਰਸਤ ਵਿੱਚ ਰਹਿੰਦੇ ਕਮਲ ਫੁੱਲ ਤਰ੍ਹਾਂ ਰਹੋ ਤਾਂ ਰਾਜਧਾਨੀ ਦਾ ਤਿਲਕ ਤੁਹਾਨੂੰ ਮਿਲ ਜਾਏਗਾ। ਪ੍ਰਸ਼ਨ ਹੈ ਦੂਜਾ, ਕਿਹਾ ਜਾਂਦਾ ਜਿਵੇਂ ਦੀ ਦ੍ਰਿਸ਼ਟੀ ਉਵੇਂ ਦੀ ਸ੍ਰਿਸ਼ਟੀ, ਇਹ ਕਹਾਵਤ ਕਿਉਂ ਹੈ? ਕਿਹਾ ਜਾਂਦਾ ਜਿਵੇਂ ਦੀ ਦ੍ਰਿਸ਼ਟੀ ਉਵੇਂ ਦੀ ਸ੍ਰਿਸ਼ਟੀ, ਇਹ ਕਹਾਵਤ ਕਿਉਂ ਹੈ? ਉੱਤਰ, ਇਸ ਵਕਤ ਦੇ ਮਨੁੱਖ ਜਿਵੇਂ ਪਤਿਤ ਨੇ, ਕਾਲੇ ਨੇ, ਐਵੇਂ ਆਪਣੇ ਪੂਜੇ ਦੇਵਤਾਵਾਂ ਨੂੰ, ਲਕਸ਼ਮੀ ਨਾਰਾਇਣ ਰਾਮ ਸੀਤਾ ਨੂੰ, ਸ਼ਿਵ ਬਾਬਾ ਨੂੰ ਵੀ ਕਾਲਾ ਬਣਾ ਕੇ ਉਹਨਾਂ ਦੀ ਪੂਜਾ ਕਰਦੇ ਨੇ। ਸਮਝਦੇ ਨਹੀਂ ਇਸ ਦਾ ਅਰਥ ਕੀ ਹੈ, ਇਸ ਲਈ ਇਹ ਕਹਾਵਤ ਹੈ। ਗੀਤ ਹੈ, ਮੁਖੜਾ ਵੇਖ ਲੈ ਪ੍ਰਾਣੀ ਜ਼ਰਾ ਦਰਪਣ ਵਿੱਚ। ਓਮ ਸ਼ਾਂਤੀ। ਮਿੱਠੇ ਮਿੱਠੇ ਸਿੱਕਿਲਦੇ ਬੱਚਿਆਂ ਨੇ ਗੀਤ ਦੀ ਲਾਈਨ ਸੁਣੀ। ਦਿਲ ਰੂਪੀ ਦਰਪਣ ਵਿੱਚ ਵੇਖੋ ਕਿੰਨਾ ਪਾਪ ਕਿੰਨਾ ਪੁੰਨ ਕੀਤਾ ਹੈ। ਪਾਪ ਤੇ ਪੁੰਨ ਦਿਲ ਰੂਪੀ ਦਰਪਣ ਵਿੱਚ ਵਿਚਾਰ ਕੀਤਾ ਜਾਂਦਾ ਹੈ ਨਾ। ਇਹ ਤਾਂ ਹੈ ਹੀ ਪਾਪ ਆਤਮਾਵਾਂ ਦੀ ਦੁਨੀਆ, ਪੁੰਨ ਆਤਮਾਵਾਂ ਦੀ ਦੁਨੀਆ ਸਤਿਯੁਗ ਨੂੰ ਕਿਹਾ ਜਾਂਦਾ ਹੈ। ਇੱਥੇ ਪੁੰਨ ਆਤਮਾਵਾਂ ਕਿੱਥੋਂ ਆਈਆਂ? ਸਭ ਪਾਪ ਹੀ ਕਰਦੇ ਰਹਿੰਦੇ ਨੇ, ਕਿਉਂਕਿ ਰਾਵਣ ਰਾਜ ਹੈ। ਖੁਦ ਕਹਿੰਦੇ ਨੇ ਪਤਿਤ ਪਾਵਨ ਆਓ। ਅਸੀਂ ਜਾਣਦੇ ਹਾਂ ਭਾਰਤ ਹੀ ਪੁੰਨ ਆਤਮਾਵਾਂ ਦਾ ਖੰਡ ਸੀ, ਕੋਈ ਪਾਪ ਨਹੀਂ ਕਰਦੇ ਸੀ। ਸ਼ੇਰ ਬੱਕਰੀ ਇਕੱਠਾ ਪਾਣੀ ਪੀਂਦੇ ਸੀ, ਖੀਰ ਖੰਡ ਸੀ। ਬਾਪ ਕਹਿੰਦੇ ਨੇ ਖੀਰ ਖੰਡ ਬਣੋ। ਪੁੰਨ ਆਤਮਾਵਾਂ ਦੀ ਦੁਨੀਆ ਵਿੱਚ ਤਮੋ ਪ੍ਰਧਾਨ ਆਤਮਾਵਾਂ ਕਿੱਥੋਂ ਆਣ? ਹੁਣ ਬਾਪ ਨੇ ਰੋਸ਼ਨੀ ਦਿੱਤੀ ਹੈ, ਤੁਸੀਂ ਜਾਣਦੇ ਹੋ। ਅਸੀਂ ਹੀ ਸਤੋ ਪ੍ਰਧਾਨ ਦੇਵੀ ਦੇਵਤਾ ਸੀ। ਉਹਨਾਂ ਦੀ ਮਹਿਮਾ ਹੈ ਸਰਵਗੁਣ ਸੰਪੰਨ, 16 ਕਲਾ ਸੰਪੂਰਨ, ਸੰਪੂਰਨ ਨਿਰਵਿਕਾਰੀ। ਅਸੀਂ ਖੁਦ ਵੀ ਉਹਨਾਂ ਦੀ ਮਹਿਮਾ ਕਰਦੇ ਹਾਂ। ਮਨੁੱਖ ਕਹਿੰਦੇ ਨੇ ਮੁਝ ਨਿਰਗੁਣ ਹਾਰੇ ਮੇ ਕੋਈ ਗੁਣ ਨਹੀਂ। ਪ੍ਰਭੂ, ਤੁਸੀਂ ਆ ਕੇ ਸਾਡੇ ਤੇ ਤਰਸ ਕਰੋ, ਅਸੀਂ ਵੀ ਐਵੇਂ ਦੇ ਬਣ ਸਕਦੇ ਹਾਂ। ਇਹ ਆਤਮਾ ਨੇ ਕਿਹਾ, ਆਤਮਾ ਸਮਝਦੀ ਹੈ ਇਸ ਸਮੇਂ ਅਸੀਂ ਪਾਪ ਆਤਮਾ ਹਾਂ। ਪੁੰਨ ਆਤਮਾਵਾਂ ਦੇ ਦੇਵੀ ਦੇਵਤਾ ਨੇ ਜੋ ਪੂਜੇ ਜਾਂਦੇ ਨੇ, ਸਾਰੇ ਜਾ ਕੇ ਦੇਵਤਾਵਾਂ ਦੇ ਚਰਨਾਂ ਵਿੱਚ ਝੁਕਦੇ ਨੇ। ਸਾਧੂ ਸੰਤ ਆਦਿ ਵੀ ਤੀਰਥਾਂ ਤੇ ਜਾਂਦੇ ਨੇ, ਅਮਰਨਾਥ ਸ਼੍ਰੀਨਾਥ ਦੁਆਰੇ ਜਾਂਦੇ ਨੇ। ਇਹ ਹੈ ਹੀ ਪਾਪ ਆਤਮਾਵਾਂ ਦੀ ਦੁਨੀਆ। ਭਾਰਤ ਹੀ ਪੁੰਨ ਆਤਮਾਵਾਂ ਦੀ ਦੁਨੀਆ ਸੀ। ਜਦੋਂ ਲਕਸ਼ਮੀ ਨਾਰਾਇਣ ਦਾ ਰਾਜ ਸੀ, ਉਸ ਨੂੰ ਕਿਹਾ ਜਾਂਦਾ ਹੈ ਸਵਰਗ। ਮਨੁੱਖ ਮਰਦੇ ਨੇ ਤਾਂ ਕਹਿੰਦੇ ਨੇ ਸਵਰਗ ਗਿਆ, ਪਰੰਤੂ ਸਵਰਗ ਹੈ ਕਿੱਥੇ? ਸਵਰਗ ਜਦੋਂ ਸੀ ਤਾਂ ਸਤਿਯੁਗ ਸੀ। ਮਨੁੱਖਾਂ ਨੂੰ ਤਾਂ ਜੋ ਆਂਦਾ ਸੋ ਕਹਿ ਦਿੰਦੇ, ਸਮਝਦੇ ਕੁਝ ਵੀ ਨਹੀਂ। ਸਵਰਗ ਵਿੱਚ ਗਿਆ ਜ਼ਰੂਰ ਨਰਕ ਵਿੱਚ ਸੀ। ਸੰਨਿਆਸੀ ਮਰਦੇ ਨੇ ਤਾਂ ਕਹਿੰਦੇ ਨੇ ਜੋਤੀ ਜੋਤ ਸਮਾ ਗਿਆ, ਤਾਂ ਫਰਕ ਹੋ ਗਿਆ ਨਾ। ਜੋਤੀ ਵੀ ਸਮਾਇਆ ਮਤਲਬ ਫਿਰ ਇੱਥੇ ਆਉਣਾ ਨਹੀਂ ਹੈ। ਤੁਸੀਂ ਜਾਣਦੇ ਹੋ ਜਿੱਥੇ ਅਸੀਂ ਆਤਮਾਵਾਂ ਰਹਿੰਦੀਆਂ ਹਾਂ ਉਸ ਨੂੰ ਨਿਰਵਾਣ ਧਾਮ ਕਿਹਾ ਜਾਂਦਾ ਹੈ। ਵੈਕੁੰਠ ਨੂੰ ਨਿਰਵਾਣ ਧਾਮ ਨਹੀਂ ਕਹਾਂਗੇ। ਬੱਚਿਆਂ ਨੂੰ ਬਹੁਤ ਮਿੱਠੀਆਂ ਮਿੱਠੀਆਂ ਗਿਆਨ ਦੀਆਂ ਗੱਲਾਂ ਸੁਣਾਉਂਦੇ ਨੇ ਜੋ ਬਹੁਤ ਚੰਗੀ ਤਰ੍ਹਾਂ ਧਾਰਨ ਕਰਨੀਆਂ ਚਾਹੀਦੀਆਂ ਨੇ। ਤੁਸੀਂ ਜਾਣਦੇ ਹੋ ਬਾਬਾ ਆਏ ਨੇ ਸਾਨੂੰ ਵੈਕੁੰਠ ਦਾ ਰਾਹ ਦੱਸਣ। ਬਾਪ ਆਏ ਨੇ ਰਾਜਯੋਗ ਸਿਖਾਣ, ਪਾਵਨ ਦੁਨੀਆ ਦਾ ਰਾਹ ਦੱਸ ਗਾਈਡ ਬਣ ਨਾਲ ਲੈ ਜਾਂਦੇ ਨੇ। ਬਰੋਬਰ ਵਿਨਾਸ਼ ਵੀ ਸਾਹਮਣੇ ਖੜਾ ਹੈ। ਵਿਨਾਸ਼ ਹੁੰਦਾ ਹੈ ਪੁਰਾਣੀ ਦੁਨੀਆ ਦਾ। ਪੁਰਾਣੀ ਦੁਨੀਆ ਵਿੱਚ ਉਪਦਰਵਾਦੀ ਹੁੰਦੇ ਰਹਿੰਦੇ ਨੇ। ਬਾਬਾ ਕਿੰਨਾ ਮਿੱਠਾ ਹੈ, ਅੰਨਿਆਂ ਦੀ ਲਾਠੀ ਬੰਨ੍ਹਦੇ ਨੇ।
ਮਨੁੱਖਤਾ ਘੋਰ ਹਨੇਰੇ ਵਿੱਚ ਧੱਕੇ ਖਾਂਦੇ ਰਹਿੰਦੇ ਨੇ। ਗਾਇਆ ਜਾਂਦਾ ਹੈ ਬ੍ਰਹਮਾ ਦਾ ਦਿਨ, ਬ੍ਰਹਮਾ ਦੀ ਰਾਤ। ਬ੍ਰਹਮਾ ਤਾਂ ਇੱਥੇ ਹੈ ਨਾ। ਬਾਪ ਆਂਦੇ ਨੇ ਰਾਤ ਨੂੰ ਦਿਨ ਬਣਾਉਣ ਦੇ ਲਈ। ਅੱਧਾ ਕਲਪ ਹੈ ਰਾਤ, ਅੱਧਾ ਕਲਪ ਹੈ ਦਿਨ। ਹੁਣ ਤੁਹਾਨੂੰ ਪਤਾ ਚੱਲ ਗਿਆ। ਉਹ ਸਮਝਦੇ ਨੇ ਕਲਯੁਗ ਅਜੇ ਬੱਚਾ ਹੈ। ਕਦੇ ਕਦੇ ਕਹਿੰਦੇ ਨੇ ਇਸ ਦੁਨੀਆ ਦਾ ਵਿਨਾਸ਼ ਹੋਣਾ ਹੈ, ਪਰ ਸਮਝਦੇ ਕੁਝ ਵੀ ਨਹੀਂ। ਅੱਜ ਕੱਲ੍ਹ ਤਾਂ ਮੁਸ਼ਕਿਲ ਘਰ-ਬਾਰ ਛੱਡਦੇ ਨੇ। ਕੋਈ ਕਾਰਨ ਹੋ ਗਿਆ, ਘਰ ਤੋਂ ਜਾ ਕੇ ਸੰਨਿਆਸੀ ਬਣ ਜਾਂਦੇ ਨੇ। ਇਸ ਵਿੱਚ ਵੀ ਗਵਰਨਮੈਂਟ ਨੇ ਆਰਡੀਨੈਂਸ ਕੱਢਿਆ ਕਿ ਸੰਨਿਆਸੀਆਂ ਦਾ ਵੀ ਲਾਇਸੈਂਸ ਹੋਣਾ ਚਾਹੀਦਾ ਹੈ। ਐਵੇਂ ਨਾ ਕਿ ਘਰੋਂ ਕੋਈ ਰੁੱਸੇ ਉਹ ਜਾ ਕੇ ਸੰਨਿਆਸੀ ਬਣ ਜਾਏ। ਮੁਫਤ ਵਿੱਚ ਮਾਲ ਬਹੁਤ ਮਿਲ ਜਾਂਦਾ ਹੈ ਨਾ। ਉਹ ਹੈ ਹੱਦ ਦਾ ਸੰਨਿਆਸ। ਤੁਹਾਡਾ ਹੈ ਬੇਹੱਦ ਦਾ ਸੰਨਿਆਸ। ਇਸ ਸਮੇਂ ਸਾਰੀ ਦੁਨੀਆ ਪਤਿਤ ਹੈ। ਉਹਨਾਂ ਨੂੰ ਪਾਵਨ ਬਣਾਉਣਾ ਇੱਕ ਪਤਿਤ ਪਾਵਨ ਬਾਪ ਦਾ ਹੀ ਕੰਮ ਹੈ। ਸਤਿਯੁਗ ਵਿੱਚ ਪਵਿੱਤਰ ਗ੍ਰਸਥ ਧਰਮ ਸੀ। ਲਕਸ਼ਮੀ ਨਾਰਾਇਣ ਦੇ ਚਿੱਤਰ ਵੀ ਨੇ। ਦੇਵੀ ਦੇਵਤਾਵਾਂ ਦੀ ਮਹਿਮਾ ਗਾਉਂਦੇ ਨੇ। ਸਰਵਗੁਣ ਸੰਪੰਨ, 16 ਕਲਾ ਸੰਪੂਰਨ। ਉਹਨਾਂ ਦਾ ਹੈ ਹੱਠ ਯੋਗ ਕਰਮ ਸੰਨਿਆਸ। ਲੇਕਿਨ ਕਰਮ ਸੰਨਿਆਸ ਤਾਂ ਹੋ ਨਹੀਂ ਸਕਦਾ। ਕਰਮ ਤੋਂ ਬਿਨਾਂ ਮਨੁੱਖ ਇੱਕ ਸੈਕਿੰਡ ਵੀ ਰਹਿ ਨਹੀਂ ਸਕਦਾ। ਕਰਮ ਸੰਨਿਆਸ ਅੱਖਰ ਰੋਂਗ ਹੈ। ਇਹ ਹੈ ਕਰਮ ਯੋਗ, ਰਾਜ ਯੋਗ। ਤੁਸੀਂ ਸੂਰਜਵੰਸ਼ੀ ਦੇਵੀ ਦੇਵਤਾ ਸੀ। ਤੁਸੀਂ ਜਾਣ ਗਏ ਹੋ। ਸਾਨੂੰ 84 ਜਨਮ ਲੈਣੇ ਪੈਂਦੇ ਨੇ। ਵਰਨ ਵੀ ਗਾਏ ਜਾਂਦੇ ਨੇ। ਬ੍ਰਾਹਮਣ ਵਰਨ ਦਾ ਕਿਸੇ ਨੂੰ ਪਤਾ ਨਹੀਂ ਹੈ। ਬਾਪ ਤੁਹਾਨੂੰ ਬੱਚਿਆਂ ਨੂੰ ਮਹਾਮੰਤਰ ਦਿੰਦੇ ਨੇ। ਬਾਪ ਦੇ ਵਰਸੇ ਨੂੰ ਯਾਦ ਕਰਦੇ ਰਹੋ। ਤੁਹਾਨੂੰ ਰਾਜਧਾਨੀ ਦਾ ਤਿਲਕ ਮਿਲ ਜਾਏਗਾ। ਮਿੱਠੇ ਮਿੱਠੇ ਲਾਡਲੇ ਬੱਚੇ ਘਰ ਗ੍ਰਸਤ ਵਿੱਚ ਰਹਿੰਦੇ ਕਮਲ ਫੂਲ ਸਮਾਨ ਰਹੋ। ਜਿੰਨਾ ਪਿਆਰ ਨਾਲ ਕੰਮ ਨਿਕਲ ਸਕਦਾ ਹੈ, ਉਹਨਾਂ ਕ੍ਰੋਧ ਨਾਲ ਨਹੀਂ। ਬਹੁਤ ਮਿੱਠੇ ਬਣੋ। ਬਾਪ ਦੀ ਯਾਦ ਵੀ ਸदैव ਮੁਸਕਰਾਉਂਦੇ ਰਹੋ। ਦੇਵਤਾਵਾਂ ਦੇ ਚਿੱਤਰ ਵੇਖੋ, ਕਿੰਨੇ ਹਰਸ਼ਿਤ ਰਹਿੰਦੇ ਨੇ। ਹੁਣ ਤੁਸੀਂ ਜਾਣਦੇ ਹੋ ਉਹ ਤਾਂ ਅਸੀਂ ਹੀ ਸੀ। ਅਸੀਂ ਆਪ ਦੇਵਤਾ ਸੀ, ਫਿਰ ਸੋ ਸ਼ਤਰੀਏ ਵੈਸ਼ਯ ਸ਼ੂਦਰ ਬਣੇ। ਹੁਣ ਅਸੀਂ ਸੰਗਮ ਤੇ ਬ੍ਰਹਮਾ ਮੁਖ ਵੰਸ਼ਾਵਲੀ ਬਣੇ ਹਾਂ। ਬ੍ਰਹਮਾ ਮੁਖ ਵੰਸ਼ਾਵਲੀ ਸੀ। ਈਸ਼ਵਰ ਵੰਸ਼ੀ ਬਾਪ ਦਾ ਵਰਸਾ ਮਿਲਦਾ ਹੈ। ਮੁਕਤੀ, ਜੀਵਨ ਮੁਕਤੀ। ਇਹ ਵੀ ਤੁਸੀਂ ਜਾਣਦੇ ਹੋ। ਜਦੋਂ ਦੇਵਤਾਵਾਂ ਦਾ ਰਾਜ ਸੀ, ਹੋਰ ਕੋਈ ਧਰਮ ਨਹੀਂ ਸੀ। ਚੰਦਰਵੰਸ਼ੀ ਵੀ ਨਹੀਂ ਸੀ। ਇਹ ਤਾਂ ਸਮਝਣ ਦੀ ਗੱਲ ਹੈ ਨਾ। ਹਮ ਸੋ ਦਾ ਅਰਥ ਵੀ ਉਹਨਾਂ ਨੇ ਆਤਮਾ ਸੋ ਪਰਮਾਤਮਾ ਕੱਢ ਲਿਆ। ਹੁਣ ਤਾਂ ਤੁਸੀਂ ਜਾਣਦੇ ਹੋ ਅਸੀਂ ਸੋ ਦੇਵਤਾ, ਫਿਰ ਖੱਤਰੀ ਬਣੇ। ਇਹ ਆਤਮਾ ਕਹਿੰਦੀ ਹੈ। ਅਸੀਂ ਆਤਮਾ ਪਵਿੱਤਰ ਸੀ, ਸਰੀਰ ਵੀ ਪਵਿੱਤਰ ਸੀ। ਉਹ ਹੈ ਹੀ ਵਾਇਸਲੈਸ ਵਰਡ, ਨਿਰਵਿਕਾਰੀ ਦੁਨੀਆ। ਇਹ ਹੈ ਵਿਸ਼ਸ਼ ਦੁੱਖ ਧਾਮ, ਸੁੱਖ ਧਾਮ ਤੇ ਸ਼ਾਂਤੀ ਧਾਮ, ਜਿੱਥੋਂ ਅਸੀਂ ਸਭ ਆਤਮਾਵਾਂ ਰਹਿੰਦੀਆਂ ਹਾਂ। ਕਹਿੰਦੇ ਨੇ ਹਿੰਦੂ ਚੀਨੀ ਭਾਈ ਭਾਈ, ਪਰੰਤੂ ਅਰਥ ਸਮਝਦੇ ਨਹੀਂ। ਅੱਜ ਭਾਈ ਭਾਈ ਕਹਿੰਦੇ, ਕੱਲ ਬੰਦੂਕਾਂ ਚਲਾਉਂਦੇ ਰਹਿੰਦੇ। ਆਤਮਾਵਾਂ ਤਾਂ ਸਭ ਆਪਸ ਵਿੱਚ ਬ੍ਰਦਰਸ ਨੇ। ਪਰਮਾਤਮਾ ਨੂੰ ਜੇਕਰ ਸਰਵਿਆਪੀ ਕਹੀਏ, ਸਭ ਫਾਦਰ ਹੋ ਜਾਂਦੇ ਨੇ। ਫਾਦਰ ਨੂੰ ਵਰਸਾ ਦੇਣਾ ਹੈ, ਬ੍ਰਦਰ ਨੂੰ ਵਰਸਾ ਲੈਣਾ ਹੈ। ਰਾਤ ਦਿਨ ਦਾ ਫਰਕ ਹੋ ਜਾਂਦਾ ਹੈ। ਉਹ ਤਾਂ ਪਤਿਤ ਪਾਵਨ ਨੇ ਨਾ। ਉਹਨਾਂ ਤੋਂ ਪਾਵਨ ਬਣਨਾ ਹੈ। ਅਸੀਂ ਮਨੁੱਖ ਤੋਂ ਦੇਵਤਾ ਬਣਨਾ ਚਾਹੁੰਦੇ ਹਾਂ। ਗ੍ਰੰਥ ਵਿੱਚ ਵੀ ਲਿਖਿਆ ਹੈ, ਮਨੁੱਖ ਤੋਂ ਦੇਵਤਾ ਕੀਤੇ ਕਰਤ ਨਾ ਲਾਗੀ ਵਾਰ। ਗਾਇਆ ਜਾਂਦਾ ਹੈ ਸੈਕਿੰਡ ਵਿੱਚ ਜੀਵਨ ਮੁਕਤੀ। ਅਸੀਂ ਦੇਵਤਾ ਜੀਵਨ ਮੁਕਤ ਸੀ, ਹੁਣ ਜੀਵਨ ਬੰਦ ਬਣੇ ਹਾਂ। ਰਾਵਣ ਰਾਜ ਦੁਆਪਰ ਤੋਂ ਸ਼ੁਰੂ ਹੁੰਦਾ ਹੈ, ਫਿਰ ਦੇਵਤਾ ਵਾਮ ਮਾਰਗ ਵਿੱਚ ਚਲੇ ਜਾਂਦੇ ਨੇ। ਇਹ ਨਿਸ਼ਾਨੀਆਂ ਰੱਖੀਆਂ ਹੋਈਆਂ ਨੇ। ਜਗਨਨਾਥਪੁਰੀ ਵਿੱਚ ਦੇਵਤਾਵਾਂ ਦੇ ਬੜੇ ਗੰਦੇ ਚਿੱਤਰ ਨੇ। ਪਹਿਲੇ ਸਮਝ ਵਿੱਚ ਨਹੀਂ ਆਉਂਦਾ ਸੀ, ਹੁਣ ਕਿੰਨਾ ਸਮਝ ਵਿੱਚ ਆਇਆ ਹੈ। ਵੰਡਰ ਖਾਂਦੇ ਸੀ। ਇੱਥੇ ਦੇਵਤਾਵਾਂ ਦੇ ਅਜਿਹੇ ਗੰਦੇ ਚਿੱਤਰ ਕਿਵੇਂ ਲਗਾ ਰੱਖੇ ਨੇ। ਅੰਦਰ ਕਾਲਾ ਜਗਤ ਨਾਥ ਬੈਠਾ ਹੈ। ਸ਼੍ਰੀ ਨਾਥ ਦੁਆਰੇ ਵਿੱਚ ਵੀ ਕਾਲੇ ਚਿੱਤਰ ਵਿਖਾਉਂਦੇ ਨੇ। ਇਹ ਕਿਸੇ ਨੂੰ ਪਤਾ ਨਹੀਂ ਜਗਤ ਨਾਥ ਦੀ ਸ਼ਕਲ ਕਾਲੀ ਕਿਉਂ ਵਿਖਾਈ। ਕ੍ਰਿਸ਼ਨ ਦੇ ਲਈ ਕਹਿੰਦੇ ਨੇ ਉਹਨਾਂ ਨੂੰ ਸੱਪ ਨੇ ਡਸਿਆ। ਰਾਮ ਨੂੰ ਕੀ ਹੋਇਆ। ਨਾਰਾਇਣ ਦੀ ਸ਼ਕਲ ਵੀ ਸਾਂਵਰੀ ਵਿਖਾ ਦਿੱਤੀ। ਸ਼ਿਵਲਿੰਗ ਵੀ ਕਾਲਾ ਵਿਖਾ ਦਿੰਦੇ। ਸਭ ਕਾਲਾ ਹੀ ਕਾਲਾ ਵਿਖਾਉਂਦੇ ਨੇ। ਜਿਵੇਂ ਦੀ ਦ੍ਰਿਸ਼ਟੀ ਉਵੇਂ ਦੀ ਸ੍ਰਿਸ਼ਟੀ।
ਇਸ ਸਮੇਂ ਸਭਨੇ ਪਤਿਤ ਕਾਲੇ, ਭਗਵਾਨ ਨੂੰ ਹੀ ਕਾਲਾ ਬਣਾ ਦਿੱਤਾ। ਪਹਿਲੇ ਪਹਿਲੇ ਸ਼ਿਵ ਦੀ ਪੂਜਾ ਕਰਦੇ ਨੇ, ਹੀਰਿਆਂ ਦਾ ਲਿੰਗ ਬਣਾਉਂਦੇ ਨੇ। ਉਹ ਸਭ ਚੀਜ਼ਾਂ ਗਾਇਬ ਹੋ ਗਈਆਂ ਨੇ। ਇਹ ਤਾਂ ਮੋਸਟ ਵੈਲਿਊਬਲ ਚੀਜ਼ਾਂ ਨੇ। ਪੁਰਾਣੀ ਚੀਜ਼ ਦਾ ਮਾਨ ਕਿੰਨਾ ਹੁੰਦਾ ਹੈ। ਪੂਜਾ ਸ਼ੁਰੂ ਹੋਏ 2500 ਵਰੇ ਹੋਏ ਨੇ। ਐਨੇ ਪੁਰਾਣੇ ਹੋਣਗੇ ਹੋਰ ਕੀ। ਪੁਰਾਣੇ ਚਿੱਤਰ ਦੇਵੀ ਦੇਵਤਾਵਾਂ ਦੇ ਨੇ। ਫਿਰ ਕਹਿ ਦਿੰਦੇ ਲੱਖਾਂ ਵਰੇ ਪੁਰਾਣੇ ਨੇ। ਤੁਸੀਂ ਜਾਣਦੇ ਹੋ 5000 ਵਰੇ ਪਹਿਲੇ ਭਾਰਤ ਸਵਰਗ ਸੀ। ਹੁਣ ਕਲਯੁਗ ਹੈ, ਵਿਨਾਸ਼ ਸਾਹਮਣੇ ਖੜਾ ਹੈ। ਸਭ ਨੂੰ ਵਾਪਿਸ ਜਾਣਾ ਹੈ। ਬਾਪ ਹੀ ਸਭ ਨੂੰ ਲੈ ਜਾਂਦੇ ਨੇ। ਬ੍ਰਹਮਾ ਦੁਆਰਾ ਤੁਸੀਂ ਬ੍ਰਾਹਮਣ ਬਣੇ, ਫਿਰ ਤੁਸੀਂ ਦੇਵਤਾ ਪਾਲਣਾ ਕਰੋਗੇ। ਇਹ ਗੱਲਾਂ ਕੋਈ ਭਾਗਵਤ ਗੀਤਾ ਵਿੱਚ ਨਹੀਂ। ਬਾਪ ਕਹਿੰਦੇ ਨੇ ਇਹ ਨੌਲੇਜ ਗੁੰਮ ਹੋ ਜਾਂਦੀ ਹੈ। ਲਕਸ਼ਮੀ ਨਾਰਾਇਣ ਤਾਂ ਤ੍ਰਿਕਾਲਦਰਸ਼ੀ ਨਹੀਂ। ਫਿਰ ਇਹ ਗਿਆਨ ਪਰੰਪਰਾ ਤੋਂ ਕਿਵੇਂ ਚੱਲ ਸਕਦਾ ਹੈ। ਤੁਸੀਂ ਹੀ ਇਸ ਸਮੇਂ ਤ੍ਰਿਕਾਲਦਰਸ਼ੀ ਹੋ। ਸਭ ਤੋਂ ਚੰਗੀ ਸੇਵਾ ਇਸ ਸਮੇਂ ਤੁਸੀਂ ਕਰਦੇ ਹੋ। ਤੁਸੀਂ ਹੋ ਸੱਚੇ ਰੂਹਾਨੀ ਸੋਸ਼ਲ ਵਰਕਰ। ਤੁਸੀਂ ਹੁਣ ਆਤਮ ਅਭਿਮਾਨੀ ਬਣਦੇ ਹੋ। ਆਤਮਾ ਵਿੱਚ ਜੋ ਖਾਦ ਪੈਂਦੀ ਹੈ ਉਹ ਨਿਕਲੇ ਕਿਵੇਂ। ਬਾਪ ਜੋਹਰੀ ਵੀ ਹੈ ਨਾ। ਸੋਨੇ ਵਿੱਚ ਆਇਰਨ ਦੀ ਖਾਦ ਪੈਂਦੇ ਪੈਂਦੇ ਆਤਮਾ ਪਤਿਤ ਹੋ ਗਈ ਹੈ। ਹੁਣ ਪਾਵਨ ਕਿਵੇਂ ਬਣੇ। ਬਾਪ ਕਹਿੰਦੇ ਨੇ ਹੇ ਆਤਮਾ ਮਮ ਏਕਮ ਯਾਦ ਕਰੋ। ਪਤਿਤ ਪਾਵਨ ਬਾਪ ਸ਼੍ਰੀਮਤ ਦਿੰਦੇ ਨੇ। ਭਗਵਾਨੋ ਵਾਚ ਹੇ ਆਤਮਾਓ, ਤੁਹਾਡੇ ਵਿੱਚ ਖਾਦ ਪੈਂਦੀ ਹੈ। ਹੁਣ ਤੁਸੀਂ ਪਤਿਤ ਹੋ। ਪਤਿਤ ਫਿਰ ਮਹਾਤਮਾ ਥੋੜੀ ਨਾ ਹੋ ਸਕਦੇ ਨੇ। ਇੱਕ ਹੀ ਉਪਾਏ ਹੈ, ਮਮ ਏਕਮ ਯਾਦ ਕਰੋ। ਇਸ ਯੋਗ ਅਗਨੀ ਨਾਲ ਤੁਹਾਡੇ ਵੀ ਕਰਮ ਭਸਮ ਹੋਣਗੇ। ਕਿੰਨੇ ਆਸ਼ਰਮ ਨੇ, ਕਈ ਤਰ੍ਹਾਂ ਦੇ ਹਠ ਯੋਗ ਦੇ ਚਿੱਤਰ ਲੱਗੇ ਹੋਏ ਨੇ। ਇਹ ਹੈ ਯੋਗ ਅਤੇ ਯਾਦ ਦੀ ਪੱਠੀ। ਭਾਵੇਂ ਗ੍ਰਸਤ ਵਿਵਹਾਰ ਵਿੱਚ ਰਹੋ, ਭੋਜਨ ਆਦਿ ਬਣਾਓ, ਬੱਚਿਆਂ ਦੀ ਸੰਭਾਲ ਕਰੋ। ਅੱਛਾ ਸਵੇਰ ਦਾ ਟਾਈਮ ਤਾਂ ਹੈ ਨਾ। ਕਿਹਾ ਵੀ ਜਾਂਦਾ ਰਾਮ ਸਿਮਰ ਪ੍ਰਭਾਤ ਮੋਰੇ ਮਨ। ਆਤਮਾ ਵਿੱਚ ਬੁੱਧੀ ਹੈ। ਭਗਤੀ ਵੀ ਸਵੇਰੇ ਸਵੇਰੇ ਕਰਦੇ ਨੇ। ਤੁਸੀਂ ਵੀ ਸਵੇਰੇ ਸਵੇਰੇ ਉੱਠ ਬਾਪ ਨੂੰ ਯਾਦ ਕਰੋ। ਵਿਕਰਮ ਵਿਨਾਸ਼ ਕਰੋ। ਸਾਰਾ ਕਿਚੜਾ ਨਿਕਲ ਆਤਮਾ ਕੰਚਨ ਬਣ ਜਾਏਗੀ। ਫਿਰ ਕਾਇਆ ਵੀ ਕੰਚਨ ਮਿਲੇਗੀ। ਹੁਣ ਤੁਹਾਡੀ ਆਤਮਾ 2 ਕੈਰਟ ਦੀ ਵੀ ਨਹੀਂ ਹੈ। ਭਾਰਤ ਦੇ ਦੇਵੀ ਦੇਵਤਾਵਾਂ ਦੇ 84 ਜਨਮਾਂ ਦਾ ਹਿਸਾਬ ਲੈਣਾ ਪਵੇ। ਵਰਲਡ ਦੀ ਹਿਸਟਰੀ ਜੀਓਗ੍ਰਾਫੀ ਰਿਪੀਟ ਹੁੰਦੀ ਹੈ, ਪਰੰਤੂ ਉਮਰ ਕਿੰਨੀ ਹੈ ਇਹ ਕੋਈ ਨਹੀਂ ਜਾਣਦੇ। ਕਲਪ ਦੀ ਆਯੂ ਨੂੰ ਵੀ ਨਹੀਂ ਜਾਣਦੇ। ਬਾਪ ਕਹਿੰਦੇ ਨੇ ਮੈਂ ਆਇਆ ਹਾਂ ਸ਼੍ਰੀਮਤ ਦੇਣ, ਸ੍ਰੇਸ਼ਟ ਬਣਾਉਣ। ਯਾਦ ਦੀ ਅਗਨੀ ਨਾਲ ਹੀ ਖਾਦ ਨਿਕਲੇਗੀ, ਹੋਰ ਕੋਈ ਉਪਾਏ ਨਹੀਂ ਹੈ। ਬੱਚਿਆਂ ਨੂੰ ਬਹਾਦਰ ਬਣਨਾ ਹੈ, ਡਰਨਾ ਨਹੀਂ। ਜਿਨ੍ਹਾਂ ਦਾ ਰਖਵਾਲਾ ਖੁਦ ਭਗਵਾਨ ਬਾਪ ਬੈਠਾ ਹੈ, ਉਹਨਾਂ ਨੂੰ ਕਿਸ ਤੋਂ ਡਰਨਾ ਹੈ। ਤੁਹਾਨੂੰ ਕੋਈ ਸ਼ਰਾਪ ਆਦਿ ਕੀ ਦੇਣਗੇ, ਕੁਝ ਵੀ ਨਹੀਂ। ਅੱਛਾ ਮਿੱਠੇ ਮਿੱਠੇ ਸਿਕਿਲ ਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ ਹੈ ਕੋਈ ਵੀ ਕੰਮ ਪਿਆਰ ਨਾਲ ਕੱਢਣਾ ਹੈ, ਕ੍ਰੋਧ ਨਾਲ ਨਹੀਂ। ਬਾਪ ਦੀ ਯਾਦ ਵਿੱਚ ਸਦਾ ਹਰਸ਼ਿਤ ਰਹਿਣਾ ਹੈ। ਸਦਾ ਦੇਵਤਾਵਾਂ ਦੀ ਤਰ੍ਹਾਂ ਮੁਸਕਰਾਉਂਦੇ ਰਹਿਣਾ ਹੈ। ਦੂਜਾ ਆਤਮਾ ਵਿੱਚ ਜੋ ਖਾਦ ਪਈ ਹੈ ਉਹ ਯਾਦ ਦੀ ਅਗਨੀ ਨਾਲ ਕੱਢਣੀ ਹੈ। ਵਿਕਰਮ ਵਿਨਾਸ਼ ਕਰਨੇ ਨੇ। ਬਹਾਦੁਰ ਬਨ ਸੇਵਾ ਕਰਨੀ ਹੈ, ਡਰਨਾ ਨਹੀਂ ਹੈ। ਵਰਦਾਨ ਹੈ ਸਰਵ ਕਰਮ ਇੰਦਰੀਆਂ ਨੂੰ ਲਾ ਤੇ ਆਰਡਰ ਪ੍ਰਮਾਣ ਚਲਾਉਣ ਵਾਲੇ ਮਾਸਟਰ ਸਰਵ ਸ਼ਕਤੀਮਾਨ ਭਵ। ਸਰਵ ਕਰਮ ਇੰਦਰੀਆਂ ਨੂੰ ਲਾ ਆਰਡਰ ਪ੍ਰਮਾਣ ਚਲਾਉਣ ਵਾਲੇ ਮਾਸਟਰ ਸਰਵ ਸ਼ਕਤੀਮਾਨ ਭਵ। ਮਾਸਟਰ ਸਰਵ ਸ਼ਕਤੀਮਾਨ ਰਾਜਯੋਗੀ ਉਹ ਨੇ ਜੋ ਰਾਜਾ ਬਣ ਕੇ ਆਪਣੀ ਕਰਮ ਇੰਦਰੀਆਂ ਰੂਪੀ ਪਰਜਾ ਨੂੰ ਲਾ ਤੇ ਆਰਡਰ ਪ੍ਰਮਾਣ ਚਲਾਉਣ। ਜਿਵੇਂ ਰਾਜ ਦਰਬਾਰ ਲਗਾਉਂਦੇ ਨੇ, ਐਵੇਂ ਤੁਸੀਂ ਆਪਣੇ ਰਾਜ ਕਾਰੋਬਾਰੀ ਕਰਮ ਇੰਦਰੀਆਂ ਦਾ ਰੋਜ਼ ਦਰਬਾਰ ਲਗਾਓ। ਹਾਲ ਚਾਲ ਪੁੱਛੋ। ਕੋਈ ਵੀ ਕਰਮਚਾਰੀ ਓਪੋਜੀਸ਼ਨ ਤਾਂ ਨਹੀਂ ਕਰਦੇ, ਸਭ ਕੰਟਰੋਲ ਵਿੱਚ ਨੇ।
ਜੋ ਮਾਸਟਰ ਸਰਵ ਸ਼ਕਤੀਵਾਨ ਨੇ ਉਹਨਾਂ ਨੂੰ ਇੱਕ ਵੀ ਕਰਮਿੰਦਰੀ ਕਦੇ ਧੋਖਾ ਨਹੀਂ ਦੇ ਸਕਦੀ। ਸਟਾਪ ਕਿਹਾ, ਸਟਾਪ ਹੋਇਆ। ਸਲੋਗਨ ਹੈ, ਸਮੇਂ ਤੇ ਸਭ ਸ਼ਕਤੀਆਂ ਨੂੰ ਕੰਮ ਵਿੱਚ ਲਗਾਣਾ ਹੀ ਮਾਸਟਰ ਸਰਵ ਸ਼ਕਤੀਮਾਨ ਬਣਨਾ ਹੈ। ਸਮੇਂ ਤੇ ਸਭ ਸ਼ਕਤੀਆਂ ਨੂੰ ਕੰਮ ਵਿੱਚ ਲਗਾਣਾ ਹੀ ਮਾਸਟਰ ਸਰਵ ਸ਼ਕਤੀਮਾਨ ਬਣਨਾ ਹੈ। ਹੁਣ ਸੁਣਦੇ ਹਾਂ ਮਾਤੇਸ਼ਵਰੀ ਜੀ ਦੇ ਅਨਮੋਲ ਮਹਾਵਾਕ। ਅਸਲ ਵਿੱਚ ਗਿਆਨ ਪ੍ਰਾਪਤ ਕਰਨਾ 1 ਸੈਕਿੰਡ ਦਾ ਕੰਮ ਹੈ, ਪਰ ਜੇਕਰ ਮਨੁੱਖ 1 ਸੈਕਿੰਡ ਵਿੱਚ ਸਮਝ ਜਾਵੇ, ਉਹਨਾਂ ਦੇ ਲਈ 1 ਸੈਕਿੰਡ ਹੀ ਲੱਗਦਾ ਹੈ। ਪਰ ਆਪਣੇ ਸਵਧਰਮ ਨੂੰ ਜਾਣਨ ਲਈ ਕਿ ਮੈਂ ਅਸਲ ਵਿੱਚ ਸ਼ਾਂਤ ਸਰੂਪ ਆਤਮਾ ਹਾਂ, ਪਰਮ ਪਿਤਾ ਪਰਮਾਤਮਾ ਦੀ ਸੰਤਾਨ ਹਾਂ, ਇਹ ਸਮਝਣਾ 1 ਸੈਕਿੰਡ ਦੀ ਗੱਲ ਹੈ। ਪਰ ਇਸ ਵਿੱਚ ਨਿਸ਼ਚੈ ਕਰਨ ਵਿੱਚ ਕੋਈ ਹਠ ਯੋਗ, ਕੋਈ ਜਪ ਤਪ, ਕਿਸੇ ਵੀ ਤਰ੍ਹਾਂ ਦਾ ਕੋਈ ਸਾਧਨ ਕਰਨਾ ਕੋਈ ਜ਼ਰੂਰਤ ਨਹੀਂ। ਸਿਰਫ ਓਰੀਜਨਲ ਆਪਣੇ ਰੂਪ ਨੂੰ ਫੜੋ। ਬਾਕੀ ਜੋ ਇੰਨਾ ਪੁਰਸ਼ਾਰਥ ਕਰ ਰਹੇ ਹਾਂ ਉਹ ਕਿਸ ਦੇ ਲਈ? ਹੁਣ ਇਸ ਤੇ ਸਮਝਾਇਆ ਜਾਂਦਾ ਹੈ, ਅਸੀਂ ਜੋ ਇੰਨਾ ਪੁਰਸ਼ਾਰਥ ਕਰ ਰਹੇ ਹਾਂ ਉਹ ਸਿਰਫ ਐਨੀ ਗੱਲ ਤੇ ਹੀ ਕਰ ਰਹੇ ਹਾਂ ਜਿਵੇਂ ਆਪਣੀ ਪ੍ਰੈਕਟੀਕਲ ਜੀਵਨ ਨੂੰ ਬਣਾਉਣਾ ਹੈ, ਆਪਣੀ ਇਸ ਬੋਡੀ ਕੌਨਸ਼ੀਅਸ ਤੋਂ ਪੂਰਾ ਨਿਕਲਣਾ ਹੈ। ਅਸਲ ਵਿੱਚ ਸੋਲ ਕੌਨਸ਼ੀਅਸ ਰੂਪ ਵਿੱਚ ਸਥਿਤ ਹੋਣ, ਦੈਵੀ ਗੁਣਾਂ ਨੂੰ ਧਾਰਨ ਕਰਨ ਵਿੱਚ ਮਿਹਨਤ ਜ਼ਰੂਰ ਲੱਗਦੀ ਹੈ। ਇਸ ਵਿੱਚ ਅਸੀਂ ਹਰ ਸਮੇਂ ਹਰ ਕਦਮ ਤੇ ਸਾਵਧਾਨ ਰਹਿੰਦੇ ਹਾਂ। ਹੁਣ ਜਿੰਨਾ ਅਸੀਂ ਮਾਇਆ ਤੋਂ ਸਾਵਧਾਨ ਰਹਾਂਗੇ, ਭਾਵੇਂ ਕਿੰਨੀਆਂ ਵੀ ਘਟਨਾਵਾਂ ਸਾਹਮਣੇ ਆਉਣਗੀਆਂ, ਪਰ ਸਾਡਾ ਸਾਹਮਣਾ ਨਹੀਂ ਕਰ ਸਕਣਗੀਆਂ। ਮਾਇਆ ਸਾਹਮਣਾ ਤਾਂ ਕਰਦੀ ਹੈ ਜਦੋਂ ਅਸੀਂ ਆਪਣੇ ਆਪ ਨੂੰ ਵਿਸਮ੍ਰਿਤ ਕਰ ਦਿੰਦੇ ਹਾਂ। ਹੁਣ ਇਹ ਜੋ ਐਨੀ ਮਾਰਜਨ ਹੈ ਸਿਰਫ ਪ੍ਰੈਕਟੀਕਲ ਲਾਈਫ ਬਣਾਉਣ ਦੀ, ਬਾਕੀ ਗਿਆਨ ਤਾਂ ਸਿਰਫ ਸੈਕਿੰਡ ਦੀ ਗੱਲ ਹੈ। ਦੂਜਾ ਪੁਆਇੰਟ, ਇਹ ਆਪਣਾ ਈਸ਼ਵਰੀ ਗਿਆਨ ਸਾਡੀ ਬੁੱਧੀ ਤੋਂ ਨਹੀਂ ਨਿਕਲਿਆ ਹੋਇਆ, ਨਾ ਕੋਈ ਆਪਣੀ ਸਮਝ, ਕਲਪਨਾ ਜਾਂ ਆਪਣੇ ਸੰਕਲਪ ਨੇ, ਬਲਕਿ ਇਹ ਗਿਆਨ ਸਾਰੀ ਸ੍ਰਿਸ਼ਟੀ ਦਾ ਜੋ ਰਚਤਾ ਹੈ ਉਸ ਦੁਆਰਾ ਸੁਣਿਆ ਹੋਇਆ ਗਿਆਨ ਹੈ। ਨਾਲ ਨਾਲ ਸੁਣ ਕੇ ਅਨੁਭਵ ਵਿੱਚ, ਵਿਵੇਕ ਵਿੱਚ ਜੋ ਲਿਆਂਦਾ ਜਾਂਦਾ ਹੈ ਉਹ ਪ੍ਰੈਕਟੀਕਲ ਵਿੱਚ ਤੁਹਾਨੂੰ ਸੁਣਾ ਰਹੇ ਹਾਂ। ਜੇਕਰ ਆਪਣੇ ਵਿਵੇਕ ਦੀ ਗੱਲ ਹੁੰਦੀ, ਸਿਰਫ ਆਪਣੇ ਕੋਲ ਚਲਦੀ, ਪਰੰਤੂ ਇਹ ਤਾਂ ਪਰਮਾਤਮਾ ਦੁਆਰਾ ਸੁਣ ਕੇ ਆਪਣੇ ਵਿਵੇਕ ਤੋਂ ਅਨੁਭਵ ਨਾਲ ਧਾਰਨ ਕਰਦੇ ਹਾਂ। ਜੋ ਗੱਲ ਧਾਰਨ ਕਰਦੇ ਹਾਂ ਉਹ ਜ਼ਰੂਰ ਜਦੋਂ ਵਿਵੇਕ ਤੇ ਅਨੁਭਵ ਵਿੱਚ ਆਉਂਦੀ ਹੈ ਉਦੋਂ ਆਪਣੀ ਮੰਨੀ ਜਾਂਦੀ ਹੈ। ਇਹ ਗੱਲ ਵੀ ਇਹਨਾਂ ਦੁਆਰਾ ਅਸੀਂ ਜਾਣ ਚੁੱਕੇ ਹਾਂ। ਪਰਮਾਤਮਾ ਦੀ ਰਚਨਾ ਕੀ ਹੈ, ਪਰਮਾਤਮਾ ਕੀ ਹੈ, ਬਾਕੀ ਕੋਈ ਆਪਣੇ ਸੰਕਲਪਾਂ ਦੀ ਗੱਲ ਨਹੀਂ। ਜੇਕਰ ਹੁੰਦੀ ਆਪਣੇ ਮਨ ਵਿੱਚ ਪੈਦਾ ਹੁੰਦੀ। ਇਸ ਲਈ ਜੋ ਸਾਨੂੰ ਖੁਦ ਪਰਮਾਤਮਾ ਦੁਆਰਾ ਮੁੱਖ ਧਾਰਨਾ ਯੋਗ ਪੁਆਇੰਟ ਮਿਲੀ ਹੋਈ ਹੈ ਉਹ ਹੈ ਮੁੱਖ ਯੋਗ ਲਗਾਣਾ। ਪਰੰਤੂ ਯੋਗ ਲਗਾਉਣ ਤੋਂ ਪਹਿਲੇ ਗਿਆਨ ਚਾਹੀਦਾ ਹੈ। ਯੋਗ ਕਰਨ ਲਈ ਪਹਿਲੇ ਗਿਆਨ ਕਿਉਂ ਕਹਿੰਦੇ ਨੇ? ਨਹੀਂ ਤਾਂ ਉਲਟਾ ਕਰਮ ਚਲੇਗਾ। ਇਸ ਲਈ ਪਹਿਲੇ ਗਿਆਨ ਜ਼ਰੂਰੀ ਹੈ। ਗਿਆਨ ਇੱਕ ਉੱਚੀ ਸਟੇਜ ਹੈ ਜਿਸ ਨੂੰ ਜਾਣਨ ਦੇ ਲਈ ਬੁੱਧੀ ਚਾਹੀਦੀ ਹੈ, ਕਿਉਂਕਿ ਇਹ ਗਿਆਨ ਉੱਚੇ ਤੇ ਉੱਚਾ ਪਰਮ ਪਿਤਾ ਪਰਮਾਤਮਾ ਸਾਨੂੰ ਪੜ੍ਹਾ ਰਹੇ ਨੇ। ਅੱਛਾ, ਓਮ ਸ਼ਾਂਤੀ।